ओ साहिब जी तू सुल्तान कहाँ हो मियाँ तेरी कवन वडाई जो तू देहे सो कहाँ स्वामी मैं मूरख कहन न जा तेरे गुण गावा देह बुझाए गुण गावा तेरे गुण गावा देह बुझाए जैसे सच में रहो रजाए तेरे कवन कवन गुण कह कह गावा तू साहिब गुणी निधाना तुमरी महिमा वर्ण ना सको तू ठाकुर ऊंच भगवाना तुमरी महिमा वर्ण ना सको तू ठाकुर ऊंच भगवाना। परम सन्मान जो जुगो जुग अटल साहिब सतगुरु हालत पलत दे राखे सुखदायक पाशाह सर्व सुखां का दाता सतगुरु धन धन साहब गुरु ग्रंथ साहब जी महाराज जी दे पावन चरनां विच सुभाईमान होए बैठे गुरमुख प्यारे सत संगी जनों आप जी अति वडभागे हो जो कि नासरो मंसूर धन साहब गुरु गोबिंद सिंह जी महाराज जी का आगमन पुरब प्रभात फेरी के रूप दे विच मनाउणा कर रहे हो। सतगुरां दी किरपा सदका कल दी विचार दे विच आपां सांझ गुरु इतिहास की आरंभ कीती सी। दुनिया दे विच पीर पैगंबर पहला भी बहुत आए सन पर आए खुदा दा सुनिया देन सी पर खुद ही खुदा बन के बैठ गए। धन साहब श्री गुरु गोबिंद सिंह जी महाराज क्योंकि गुरबाणी जिहड़ी है साडे जीवन का आधार है। कल आखिर विच मैं बेनती कीती सी जिस वेले असीं बाणी नूं आधार लेके इतिहास नूं समझण दा यतन करदे हां उदन होर ही जीवन दे विच आनंद बनदा है। पंक्ति सी ब्रह्म ज्ञानी की गत ब्रह्म ज्ञानी जाने वो महान आत्मा पीर भीखन शाह जो अज गुरु दे दीदार करने वास्ते पटना साहिब पहुंच रहे हैं उस आपां इतिहास नूं थोड़े समय दे विच जानन दा यतन करना। उस तो पहला आप जी जिन्ने भी गुरु चरनां दे विच सुभाईमान हो एक बारी बेनती करन ते ही फतेह दा जवाब फतेह विच दिओ। सारे आखो जी वाहिगुरू जी का खालसा पटना साहिब। वैसे तां जिस वेले आपां इतिहास नूं देखदे हां इस पटना शहर दे नाम बहुत सन। पशमापुरी पदमापुरी कुसमपुर पाटली पुत्र पटना सब तो पहला पाटली पुत्र का नाम सी। प्रिंसीपल सतवीर सिंह जी ने तकरीबन 22 नाम लिखे इतिहास दे विच पटना साहब। पटना शहर वो है जिथे गुरु कलगीधर पातशाह जी का प्रकाश होया। एक है नवा जो बाद विच बनिया जिन्होंने असीं पटना जंक्शन कहंदे तेही प्रकाश हमारा भयो पटना शहर विखे
ਭਾਬਲੇ। ਧੰਨ ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਹੁਣ ਆਪ ਸਾਰੇ ਜਾਣਦੇ ਹੋ ਮੁਸਲਮਾਨ ਵੀਰ ਜਿਹੜੇ ਆ ਜਿਸ ਵੇਲੇ ਨਮਾਜ਼ ਅਦਾ ਕਰਦੇ ਹਨ ਪੱਛਮ ਵੱਲ ਮੂੰਹ ਕਰਕੇ ਨਮਾਜ਼ ਪੜ੍ਹਦੇ। ਹਰਿਆਣੇ ਦੇ ਵਿੱਚ ਹੁਣ ਪਹਿਲਾਂ ਪੰਜਾਬ ਸੀ ਪੂਰਾ, ਹੁਣ ਹਰਿਆਣੇ ਦੇ ਵਿੱਚ ਅੰਬਾਲੇ ਦੇ ਕੋਲ ਘੜਾਮ ਪਿੰਡ ਪੈਂਦਾ ਹੈ। ਉੱਥੇ ਦੇ ਰਹਿਣ ਵਾਲੇ ਸਨ ਪੀਰ ਭੀਖਣ ਸ਼ਾਹ ਔਰ ਬੜੀ ਹੀ ਰੱਬੀ ਰੂਹ ਸੀ। ਅੱਜ ਉਹਨਾਂ ਨੇ ਨਮਾਜ਼ ਤਾਂ ਅਦਾ ਕੀਤੀ, ਪਰ ਜਦੋਂ ਸਿਜਦਾ ਕੀਤਾ ਤੇ ਅੱਜ ਪੱਛਮ ਵੱਲ ਨਹੀਂ ਕੀਤਾ, ਪੂਰਬ ਦੇ ਵੱਲ ਕੀਤਾ। ਉਹਨਾਂ ਦੇ ਮੁਰੀਦ ਸਨ, ਉਹਨਾਂ ਨੇ ਪੁੱਛਿਆ ਪੀਰ ਜੀ ਆਮ ਬੰਦਾ ਗਲਤੀ ਕਰੇ, ਅਸੀਂ ਗਲਤੀ ਕਰੀਏ ਤਾਂ ਮੰਨੀ ਜਾ ਸਕਦੀ ਹੈ, ਪਰ ਆਪ ਜੀ ਤਾਂ ਸਾਨੂੰ ਵੀ ਸੇਧ ਦਿੰਦੇ ਹੋ ਕਿ ਅੱਲਾ ਜਿਹੜਾ, ਅੱਲਾ ਦਾ ਨੂਰ ਜਿਹੜਾ ਹੈ ਪੱਛਮ ਵੱਲ ਹੈ ਤੇ ਉਧਰ ਅਸੀਂ ਨਮਾਜ਼ ਅਦਾ ਕਰਦੇ ਹਾਂ। ਤੇ ਪੀਰ ਭੀਖਣ ਸ਼ਾਹ ਨੇ ਪੁੱਛਿਆ ਸੀ, ਅੱਜ ਤੁਸੀਂ ਮੈਨੂੰ ਸਵਾਲ ਕਰਦੇ ਹੋ, ਮੈਂ ਤੁਹਾਨੂੰ ਸਵਾਲ ਕਰ ਰਿਹਾ, ਤੁਸੀਂ ਪੱਛਮ ਵੱਲ ਕਿਉਂ ਕਰਦੇ ਹੋ? ਕਹਿੰਦੇ ਉਧਰ ਅੱਲਾ ਦਾ ਨੂਰ ਹੈ। ਕਹਿੰਦੇ ਫਿਰ ਅੱਜ ਅੱਲਾ ਦਾ ਨੂਰ ਪੂਰਬ ਦੇ ਵਾਲੇ ਪਾਸੇ ਪ੍ਰਗਟ ਹੋਇਆ ਹੈ। ਫਿਰ ਉਹਨਾਂ ਨੇ ਬੇਨਤੀ ਕੀਤੀ ਵੀ ਸਾਨੂੰ ਵੀ ਲੈ ਚੱਲੋ, ਅਸੀਂ ਵੀ ਉਸ ਅੱਲਾ ਦੇ ਨੂਰ ਦੇ ਦਰਸ਼ਨ ਕਰ ਸਕੀਏ। ਕਾਫੀ ਦਿਨ ਲੱਗੇ ਸਨ। ਜਿਸ ਵੇਲੇ ਪਟਨਾ ਸਾਹਿਬ ਪਹੁੰਚੇ, ਮਾਮਾ ਕਿਰਪਾਲ ਚੰਦ ਜੀ ਨੂੰ ਬੇਨਤੀ ਕੀਤੀ, ਕਿਉਂਕਿ ਇਤਿਹਾਸ ਵਿੱਚ ਅਸੀਂ ਪੜ੍ਹਦੇ ਹਾਂ ਸਤਿਗੁਰ ਜੀ ਦਾ ਬਚਪਨ ਦਾ ਨਾਮ ਗੋਬਿੰਦ ਰਾਏ, ਪਰ ਜਿਹੜੇ ਸਤਿਗੁਰ ਦੇ ਨਾਮ ਹਨ, ਸਤਿਗੁਰ ਦਾ ਨਾਮ ਹੈ ਗੋਬਿੰਦ ਦਾਸ ਬਚਪਨ ਦਾ। ਅੱਜ ਵੀ ਇੱਕ ਰਹਿਤਨਾਮਾ ਜਿਹੜਾ ਹੈ ਗੁਰੂ ਸਾਹਿਬ ਜੀ, ਗੁਰੂ ਤੇਗ ਬਹਾਦਰ ਸਾਹਿਬ ਨੇ ਅਸਾਮ ਤੋਂ ਲਿਖ ਕੇ ਭੇਜਿਆ ਸੀ, ਗੋਬਿੰਦ ਦਾਸ ਦੇ ਜਨਮ ਦਿਨ ਦੀ ਸਾਰੀ ਸੰਗਤ ਨੂੰ ਵਧਾਈ ਹੋਵੇ। ਤੇ ਅਸੀਂ ਰੋਜ਼ ਪੜ੍ਹਦੇ ਹਾਂ, ਸਗਲ ਦਵਾਰ ਕੋ ਛੱਡ ਕੇ ਗਹੋ ਤੁਹਾਰੋ ਦਵਾਰ, ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਜਾਂ ਗੋਬਿੰਦ ਦਾਸ ਗੋਬਿੰਦ ਰਾਏ। ਪਰ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਨ। ਭਾਵੇਂ ਅਸੀਂ ਬਚਪਨ ਦਾ ਇਤਿਹਾਸ ਪੜ੍ਹੀਏ, ਕਿਉਂਕਿ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਛਕਣ ਤੋਂ ਬਾਅਦ ਆਪਣੇ ਨਾਮ ਦੇ ਨਾਲ ਗੋਬਿੰਦ ਸਿੰਘ ਲਿਖਿਆ, ਪਰ ਤੁਸੀਂ ਇਹ ਸਮਝਣਾ ਕਿ ਅਸੀਂ ਨਾਮ ਨਹੀਂ ਲਵਾਂਗਾ ਗੋਬਿੰਦ ਰਾਏ ਜਾਂ ਗੋਬਿੰਦ ਦਾਸ ਨਹੀਂ। ਗੁਰੂ ਗੋਬਿੰਦ ਸਿੰਘ ਜੀ ਭਾਵੇਂ ਬਾਲਾ ਪ੍ਰੀਤਮ ਦੇ ਰੂਪ ਦੇ ਵਿੱਚ ਹੈ, ਬਾਲਾ ਪ੍ਰੀਤਮ ਦੇ ਰੂਪ ਦੇ ਵਿੱਚ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪੀਰ ਭੀਖਣ ਸ਼ਾਹ ਪਹੁੰਚਦਾ ਹੈ। ਮਾਮਾ ਕਿਰਪਾਲ ਚੰਦ ਨੂੰ ਬੇਨਤੀ ਕੀਤੀ ਜਾਂਦੀ ਹੈ ਬਾਲਕ ਦੇ ਬਾਲਾ ਪ੍ਰੀਤਮ ਦੇ ਦਰਸ਼ਨ ਕਰਾਏ ਜਾਣ। ਤੇ ਇੱਕ ਜਿਹੜੇ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਆ ਨਾ, ਉਹਨਾਂ ਦੀਆਂ ਰਮਜ਼ਾਂ ਵੀ ਅਲੱਗ ਹੁੰਦੀਆਂ। ਉਹ ਦੋ ਕੁੱਜੀਆਂ ਲੈ ਕੇ ਗਿਆ ਸੀ, ਇੱਕ ਦੇ ਵਿੱਚ ਦੁੱਧ ਤੇ ਇੱਕ ਦੇ ਵਿੱਚ ਪਾਣੀ। ਜਿਸ ਵੇਲੇ ਸਤਿਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਤੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਦੋਨੇ ਰੱਖ ਦਿੱਤੇ। ਹੁਣ ਸਾਰੇ ਸੰਗਤ ਵੀ ਖੜੀ ਹੈ, ਪਰਿਵਾਰ ਵੀ ਖੜਾ, ਦੇਖਦੇ ਵੀ ਸ਼ਾਇਦ ਇਹਨਾਂ ਦਾ ਸਿਜਦਾ ਕਰਨ ਦਾ ਢੰਗ ਹੀ ਹੋਏ। ਪਰ ਜਿਸ ਵੇਲੇ ਕੁੱਜੀਆਂ ਕੋਲ ਕੀਤੀਆਂ ਤੇ ਗੁਰੂ ਸਾਹਿਬ ਜੀ ਨੇ ਆਪਣੇ ਕੋਮਲ ਦੇ ਪਵਿੱਤਰ ਚਰਨ ਉਹਨਾਂ ਕੁੱਜੀਆਂ ਤੇ ਮਾਰ ਦਿੱਤੇ ਤੇ ਦੋਨਾਂ ਕੁੱਜੀਆਂ ਦੇ ਵਿੱਚੋਂ ਪਾਣੀ ਵੀ ਰੁੜ ਗਿਆ ਤੇ ਦੁੱਧ ਵੀ ਰੁੜ ਗਿਆ। ਅੱਗੇ ਜਾ ਕੇ ਦੋਨੇ ਮਿਕਸ ਹੋ ਗਏ। ਪੀਰ ਭੀਖਣ ਸ਼ਾਹ ਨੂੰ ਪੁੱਛਦੇ ਆ, ਗੁਰੂ ਪਾਤਸ਼ਾਹ ਮਹਾਰਾਜ ਦੇ ਚਰਨਾਂ ਦੇ ਵਿੱਚ ਆਪ ਜੀ ਨੇ ਕੁੱਜੀਆਂ ਰੱਖੀਆਂ ਸਨ, ਇਹਦੀ ਰਮਝ ਕੀ ਹੈ? ਉਹ ਕਹਿਣ ਲੱਗਾ, ਦੇਖਣਾ ਚਾਹੁੰਦਾ ਸੀ ਕਿ ਇਹ ਮੁਸਲਮਾਨਾਂ ਦਾ ਪੀਰ ਹੈ ਜਾਂ ਹਿੰਦੂਆਂ ਦਾ ਗੁਰੂ ਹੈ। ਇਹਨੇ ਤਾਂ ਦੋਨੇ ਆਪਣੇ ਕੋਮਲ ਚਰਨਾਂ ਨਾਲ ਰੋੜ ਕੇ ਦੱਸ ਦਿੱਤਾ ਕਿ ਮੈਂ ਤਾਂ ਸਾਰਿਆਂ ਦਾ। ਕਿਉਂਕਿ ਤਾਰੀਫ ਆਪਾਂ ਕਰੀਏ ਨਾ ਬਣਦੀ ਹੈ ਕਿ ਆਪਾਂ ਤਾਂ ਤਾਰੀਫ ਕਰਨੀ ਹੈ ਆਪਣੇ ਗੁਰੂ ਦੀ। ਜਾਂ ਭੱਟਾਂ ਨੇ ਤਾਰੀਫ ਕੀਤੀ, ਭੱਟ ਬਾਹਰੋਂ ਆਏ ਸੀ, ਗੁਰੂ ਸਾਹਿਬ ਨੇ ਤਾਰੀਫ ਨਹੀਂ ਲਿਖੀ, ਭਗਤਾਂ ਨੇ ਤਾਰੀਫ ਨਹੀਂ ਲਿਖੀ ਗੁਰੂ ਦੀ ਤਾਰੀਫ ਲਿਖੀ ਉਹ ਭੱਟਾਂ ਨੇ। ਕਿਉਂਕਿ ਭੱਟ ਦੂਸਰੀ ਕੌਮ ਦੇ ਸਨ, ਉਹਨਾਂ ਨੇ ਗੁਰੂ ਦੀ ਤਾਰੀਫ ਕੀਤੀ ਹੈ। ਆਪਾਂ ਤਾਰੀਫ ਕਰੀਏ ਅਲੱਗ ਗੱਲ ਹੈ। ਜੇ ਹੁਣ ਬਾਹਰੋਂ ਆ ਕੇ ਕੋਈ ਤਾਰੀਫ ਕਰਦਾ ਹੈ, ਜੇ ਹੁਣ ਪੀਰ ਭੀਖਣ ਸ਼ਾਹ ਜੀ ਆ ਤੇ ਦੂਸਰੇ ਪਾਸੇ ਹਿੰਦੂ ਵੀਰ ਪੰਡਤ ਸ਼ਿਵਦੱਤ ਜੀ ਹੈ ਪਟਨਾ ਸਾਹਿਬ ਦੀ ਧਰਤੀ ਤੇ, ਉਹ ਵੀ ਗੁਰੂ ਸਾਹਿਬ ਮਹਾਰਾਜ ਦੇ ਦਰਸ਼ਨ ਕਰਦੇ ਆ। ਉਸੇ ਹੀ ਸ਼ਹਿਰ ਦੇ ਵਿੱਚ ਰਾਜਾ ਫਤਿਹ ਚੰਦ ਮੈਣੀ ਰਹਿੰਦਾ ਹੈ ਤੇ ਉਹਦੀ ਘਰ ਵਾਲੀ ਦੋਨੇ ਬੇ ਔਲਾਦ ਹਨ, ਘਰ ਦੇ ਵਿੱਚ ਔਲਾਦ ਨਹੀਂ ਹੈ। ਪੰਡਤ ਸ਼ਿਵਦੱਤ ਜੀ ਵਡੇਰੀ ਉਮਰ ਦੇ ਸਨ। ਆ ਕੇ ਪੰਡਤ ਜੀ ਦੇ ਕੋਲ ਆਉਣਾ ਕਿ ਸਾਡੇ ਵਾਸਤੇ ਕੁਝ ਕਰੋ, ਕੋਈ ਉਪਾਅ ਦੱਸੋ, ਕੋਈ ਪੂਜਾ ਕਰੋ। ਅੱਜ ਆਏ
ਰਾਜਾ ਫਤਿਹ ਚੰਦ ਮੈਣੀ ਤੇ ਉਹਦੀ ਘਰਵਾਲੀ ਬਿਸ਼ੰਬਰਾ ਦੇਵੀ ਜਿਸ ਵੇਲੇ ਪਹੁੰਚਦੇ ਆ, ਪੰਡਤ ਜੀ ਆਪਣੇ ਧਿਆਨ ਵਿੱਚ ਬੈਠੇ ਸਨ ਤੇ ਪੰਡਤ ਜੀ ਨੂੰ ਬੇਨਤੀ ਕੀਤੀ, ਪੰਡਤ ਜੀ ਕੁਛ ਸਾਡੇ ਵਾਸਤੇ ਵੀ ਪ੍ਰਾਰਥਨਾ ਕਰੋ, ਕੋਈ ਪੂਜਾ ਕਰੋ। ਕਹਿਣ ਲੱਗੇ, ਰਾਜਾ ਕੀ ਚਾਹੀਦਾ ਹੈ? ਕਹਿਣ ਲੱਗਾ, ਇੱਕ ਪੁੱਤਰ ਦੀ ਲੋੜ ਹੈ, ਇੱਕ ਔਲਾਦ ਦੀ ਲੋੜ ਹੈ, ਘਰ ਦੇ ਵਿੱਚ ਔਲਾਦ ਨਹੀਂ ਹੈ। ਜਿਸ ਬੇਰੀ ਨੂੰ ਬੇਰ ਨਹੀਂ ਲੱਗਦੇ ਨਾ, ਉਹਨੂੰ ਪੱਥਰ ਵੀ ਕੋਈ ਨਹੀਂ ਮਾਰਦਾ। ਐਸਾ ਨਾ ਹੋਵੇ ਇਹ ਅਸੀਂ ਔਂਤਰੇ ਹੀ ਸੰਸਾਰ ਤੋਂ ਚਲੇ ਜਾਈਏ। ਤੇ ਪੰਡਤ ਜੀ ਨੇ ਆਖਿਆ ਕਿ ਜੇ ਤੁਹਾਨੂੰ ਪੁੱਤਰ ਚਾਹੀਦਾ ਨਾ, ਅੱਜ ਤੋਂ ਬਾਅਦ ਮੇਰੇ ਕੋਲ ਨਾ ਆਇਓ। ਕਹਿਣ ਲੱਗੇ, ਪੰਡਤ ਜੀ ਕੋਈ ਗਲਤੀ ਹੋ ਗਈ? ਕਹਿਣ ਲੱਗੇ, ਜੇ ਔਲਾਦ ਚਾਹੀਦੀ, ਪੁੱਤਰ ਚਾਹੀਦਾ ਹੈ, ਅੱਜ ਤੋਂ ਬਾਅਦ ਮੇਰੇ ਕੋਲ ਨਹੀਂ ਆਉਣਾ। ਕਿਉਂ? ਕਹਿਣ ਲੱਗੇ, ਜੇ ਪੁੱਤਰ ਚਾਹੀਦਾ ਨਾ, ਉਹ ਬਾਲਾ ਪ੍ਰੀਤਮ ਗੁਰੂ ਗੋਬਿੰਦ ਸਿੰਘ ਦੇ ਕੋਲ ਚਲੇ ਜਾਓ। ਕਹਿਣ ਲੱਗੇ, ਹੁਣ ਮਨ ਵਿੱਚ ਸੋਚਦੇ ਵੀ ਛੋਟੀ ਜੀ ਅਵਸਥਾ ਹੈ, ਰਾਜਾ ਸੀ। ਤੇ ਪੰਡਤ ਜੀ ਨੇ ਉਹਨਾਂ ਦੀ ਗੱਲ ਦਿਲ ਦੀ ਸਮਝ ਲਈ। ਕਹਿਣ ਲੱਗੇ, ਤੁਸੀਂ ਯਾਦ ਕਰੋਗੇ ਨਾ, ਜਿੱਦਣ ਰੀਤ ਤਾਂ ਕਰੋਗੇ, ਜਦ ਰੀਤ ਦੇ ਨਾਲ ਪ੍ਰੀਤ ਬਣ ਜਾਏਗੀ। ਆਪਾਂ ਰੀਤ ਕਰ ਰਹੇ ਹਾਂ ਸਾਰੇ, ਜਿੱਦਣ ਇਹ ਰੀਤ ਪ੍ਰੀਤ ਬਣ ਜਾਏਗੀ, ਮਰਜ਼ਾਦਾ ਪ੍ਰੀਤ ਬਣ ਜਾਏਗੀ, ਉਦੋਂ ਗੁਰੂ ਦੀਆਂ ਖੁਸ਼ੀਆਂ ਜੀਵਨ ਦੇ ਵਿੱਚ ਪ੍ਰਾਪਤ ਹੋਣਗੀਆਂ। ਤੇ ਹੁਣ ਰਾਜਾ ਰਾਣੀ ਦੋਨੇ ਬੈਠ ਕੇ ਯਾਦ ਕਰਦੇ ਆ। ਇੱਕ ਦਿਨ ਉਹ ਰੀਤ ਪ੍ਰੀਤ ਬਣ ਗਈ ਤੇ ਉਹ ਸਮਾਂ ਸੀ ਜਦੋਂ ਰਾਣੀ ਅੱਖਾਂ ਮੂੰਦ ਕੇ ਬਾਲਾ ਪ੍ਰੀਤਮ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦੀ ਹੈ। ਤੇ ਉਹ ਸਮਾਂ ਸੀ ਜਦੋਂ ਪਿੱਛੇ ਦੀ ਆ ਕੇ ਗਲ ਦੇ ਵਿੱਚ ਬਾਹਾਂ ਪਾ ਕੇ ਪਿਆਰ ਦੇ ਨਾਲ ਆਖਿਆ, ਮਾਂ ਮੈਂ ਆ ਗਿਆ। ਇਹ ਤਾਂ ਹੁਣ ਸਾਡੀਆਂ ਭੈਣਾਂ ਮਾਤਾਵਾਂ ਜਾਣਦੀਆਂ ਹਨ, ਇਹ ਸ਼ਬਦ ਸੁਣਨ ਵਾਸਤੇ ਕਿੰਨੀ ਤਪੱਸਿਆ ਕਰਨੀ ਪੈਂਦੀ ਹੈ। ਜਿਸ ਵੇਲੇ ਇਹ ਕੰਨ ਵਿੱਚ ਆਵਾਜ਼ ਪਈ ਨਾ, ਮਾਂ ਮੈਂ ਆ ਗਿਆ, ਤੇ ਫੜ ਕੇ ਨਾ ਗੋਦੀ ਵਿੱਚ ਬਿਠਾ ਲਿਆ। ਕਹਿੰਦੇ ਦੁਬਾਰਾ ਆਖੋ। ਕਹਿਣ ਲੱਗੇ, ਮਾਂ। ਰਾਣੀ ਕਹੀ, ਜੇ ਤੁਸੀਂ ਫੇਰ ਆਖੋ। ਫਿਰ ਆਖਿਆ, ਮਾਂ ਮਾਂ। ਤੇ ਹੁਣ ਰਾਣੀ ਸੋਚਦੀ ਕਿ ਮੈਂ ਤਾਂ ਇਹਨਾਂ ਦੇ ਕੋਲੋਂ ਪੁੱਤਰ ਮੰਗਣਾ ਸੀ, ਮੈਂ ਕਿਹੜੇ ਪਾਸੇ ਪੈ ਗਈ? ਤੇ ਗੋਦੀ ਢਿੱਲੀ ਕਰ ਦਿੱਤੀ। ਤੇ ਸਤਿਗੁਰੂ ਜੀ ਮੁਸਕਰਾਏ। ਹਜ਼ੂਰ ਨੇ ਆਖਿਆ, ਕਹਿਣ ਲੱਗੇ, ਮਾਂ ਰਿਸ਼ਤਾ ਬੜਾ ਜਲਦੀ ਫਿੱਕਾ ਪੈ ਗਿਆ, ਪ੍ਰੀਤ ਬੜੀ ਜਲਦੀ ਢਿੱਲੀ ਕਰ ਦਿੱਤੀ ਹੈ। ਕਹਿਣ ਲੱਗੀ, ਨਹੀਂ, ਆਪ ਜੀ ਜਾਣੀ ਜਾਣੋ, ਮੈਨੂੰ ਇੱਕ ਪੁੱਤਰ ਦੀ ਜ਼ਰੂਰਤ ਹੈ, ਤੁਹਾਡੇ ਬਾਰੇ ਪੁੱਤਰ ਚਾਹੀਦਾ ਹੈ। ਤੇ ਕਹਿੰਦੇ, ਮੇਰੇ ਵਰਗਾ ਤਾਂ ਮੈਂ ਹੀ ਆ, ਮੈਨੂੰ ਤੂੰ ਆਪਣਾ ਪੁੱਤਰ ਬਣਾ ਲਾ, ਮੈਂ ਤੈਨੂੰ ਆਪਣੀ ਮਾਂ ਬਣਾ ਲਾ। ਤੇ ਕਹਿੰਦੇ ਨਾਲ ਸਾਥੀ ਵੀ ਸਨ। ਕਹਿਣ ਲੱਗੇ, ਮਾਂ ਭੁੱਖ ਲੱਗੀ ਹੈ। ਇਤਿਹਾਸ ਵਿੱਚ ਜੋ ਲਿਖਿਆ, ਅੱਜ ਵੀ ਉੱਥੇ ਆਪਾਂ ਗੁਰਦੁਆਰਾ ਮੈਣੀ ਸੰਗਤ ਜਾਂਦੇ ਆ, ਉਹੀ ਛੋਲਿਆਂ ਤੇ ਪੂੜੀਆਂ ਦਾ ਲੰਗਰ ਚੱਲਦਾ ਹੈ। ਤੇ ਬੜੇ ਭਾਵਨਾ ਦੇ ਨਾਲ ਛਕਿਆ। ਜਦੋਂ ਜਾਣ ਲੱਗੇ ਨਾ, ਬਾਂਹ ਫੜ ਲਈ। ਕਹਿਣ ਲੱਗੇ, ਪੁੱਤਰ ਜੀ ਇੱਕ ਗੱਲ ਤਾਂ ਦੱਸ ਦਿਓ, ਮਾਂ ਪੁੱਤਰ ਦਾ ਰਿਸ਼ਤਾ ਤਾਂ ਬਣ ਗਿਆ, ਪਰ ਇਹ ਕਿਸ ਤਰ੍ਹਾਂ ਹੋ ਸਕਦਾ ਕਿ ਮਾਵਾਂ ਦੋ ਹੋਣ ਤੇ ਪੁੱਤਰ ਇੱਕ ਹੋਵੇ? ਇਹ ਕਿਸ ਤਰ੍ਹਾਂ ਹੋ ਸਕਦਾ? ਕਹਿਣ ਲੱਗੇ, ਅੱਖਾਂ ਦੋ ਹਨ ਪਰ ਨਜ਼ਰ ਤਾਂ ਇੱਕੋ, ਜੋਤ ਤਾਂ ਇੱਕੋ ਹੀ ਹੈ। ਅੱਖਾਂ ਦੋ ਹਨ, ਜਦ ਦੋ ਭਾਂਡੇ ਰੱਖਦੇ ਹੋ, ਸੂਰਜ ਚੜ੍ਹਦਾ, ਦੋਨਾਂ ਵਿੱਚ ਚਮਕਦਾ ਹੈ, ਦੋਨਾਂ ਵਿੱਚ ਦੇਖੇਗਾ ਤੁਹਾਨੂੰ। ਜਿੰਨੇ ਭਾਂਡੇ ਰੱਖਦੇ ਹੋਣਾ, ਜਿੰਨੇ ਉਹਨਾਂ ਵਿੱਚ ਦੇਖੇਗਾ। ਹਾਂ, ਜੇ ਤੂੰ ਯਾਦ ਕਰੇਗੀ, ਜੇ ਮੈਂ ਉਸ ਮਾਂ ਦੇ ਕੋਲ ਬੈਠਾ ਹੋਵਾਂਗਾ ਜਿਹਨੇ ਮੈਨੂੰ ਜਨਮ ਦਿੱਤਾ, ਤੇਰੀ ਮਮਤਾ ਵੀ ਪੂਰੀ ਹੋਏਗੀ। ਜੇ ਮੈਂ ਤੇਰੀ ਗੋਦ ਵਿੱਚ ਬੈਠਾ ਹੋਵੇਗਾ, ਉਸ ਮਾਂ ਦੀ ਮਮਤਾ ਵੀ ਪੂਰੀ ਹੋਏਗੀ। ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ, ਇੱਕ ਦੁਨੀਆ ਦੇ ਵਿੱਚ ਉਹ ਮਾਂ ਹੈ, ਮਾਤਾ ਬਿਸ਼ੰਬਰਾ ਦੇਵੀ, ਜਿਹਨੇ ਗੁਰੂ ਸਾਹਿਬ ਜੀ ਨੂੰ ਗੁਰੂ ਨਹੀਂ ਆਖਿਆ, ਗੋਬਿੰਦ ਹੀ ਆਖਿਆ, ਆਪਣਾ ਪੁੱਤਰ ਕਹਿ ਕੇ ਆਖਿਆ। ਤੇ ਦੁਨੀਆ ਵਿੱਚ ਮਾਤਾ ਗੁਜਰ ਕੌਰ ਤੋਂ ਬਾਅਦ ਜੇ ਕਿਸੇ ਨੂੰ ਮਾਂ ਆਖਿਆ ਤੇ ਗੁਰੂ ਸਾਹਿਬ ਜੀ ਨੇ ਮਾਤਾ ਬਿਸ਼ੰਬਰਾ ਦੇਵੀ ਨੂੰ ਆਖਿਆ। ਉੱਥੇ ਬੜੇ ਕੌਤਕ ਕੀਤੇ ਗੁਰੂ ਸਾਹਿਬ ਮਹਾਰਾਜ ਨੇ। ਸਭ ਤੋਂ ਪਹਿਲਾਂ ਹਥਿਆਰ ਗੁਰੂ ਸਾਹਿਬ ਜੀ ਨੇ ਗੁਲੇਲ ਵਰਤੀ। ਜਿਸ ਤਰ੍ਹਾਂ ਪਾਣੀ ਭਰਨ ਵਾਸਤੇ ਜਾਂਦੀਆਂ ਸਨ, ਗੁਲੇਲ ਦੇ ਨਾਲ ਉਹਨਾਂ ਦੇ ਘੜੇ ਤੋੜ ਦਿੱਤੇ। ਮਾਤਾ ਜੀ ਕੋਲ ਸ਼ਿਕਾਇਤ ਕਰ ਦਿੱਤੀ, ਪਿੱਤਲ ਦੀਆਂ ਗਾਗਰਾਂ ਲੈ ਕੇ ਦੇ ਦਿੱਤੀਆਂ, ਲੋਹੇ ਦੀਆਂ ਗੋਲੀਆਂ ਬਣ ਗਈਆਂ, ਉਹਦੇ ਵਿੱਚ ਵੀ ਛੇਦ ਕਰ ਦਿੱਤਾ। ਅੱਜ ਸ਼ਿਕਾਇਤ ਹੋਈ, ਮਾਤਾ ਜੀ ਨਾਰਾਜ਼ ਹੋ ਗਏ। ਕਹਿਣ ਲੱਗੇ, ਪੁੱਤਰ ਜੀ ਕੀ ਕਰਦੇ ਹੋ? ਚੰਗਾ ਕੰਮ ਨਹੀਂ ਹੈ, ਉਹ ਗਰੀਬ ਲੋਕ ਹਨ, ਮੈਂ ਉਹਨਾਂ ਨੂੰ ਗਾਗਰਾਂ ਲੈ ਕੇ ਦਿੱਤੀਆਂ। ਮਾਤਾ ਜੀ, ਮੈਂ ਕੁਛ ਵੀ ਨਹੀਂ ਕੀਤਾ, ਮੈਂ ਤਾਂ ਭਲਾ ਕਰ ਰਿਹਾ ਹਾਂ। ਕੀ ਕੀਤਾ? ਕਹਿੰਦੇ, ਗਾਗਰ ਦੇ ਵਿੱਚ ਦੇਖੋ ਕੀ ਹੈ, ਗਾਗਰ ਦੇ ਵਿੱਚ ਦੇਖੋ ਕੀ ਹੈ। ਜਦੋਂ ਗਾਗਰ ਵਿੱਚ ਦੇਖਿਆ, ਛੋਟਾ ਜਿਹਾ ਸੱਪ ਉਹਦੇ ਵਿੱਚ ਸੀ। ਹੱਥ ਜੁੜ ਗਏ ਸਾਰਿਆਂ ਦੇ। ਤੇ ਮਾਤਾ ਜੀ ਨੇ ਕਿਹਾ ਵੀ ਇਹ ਖੂਹ ਜਿਹੜਾ ਖਾਰਾ ਹੋ ਜਾਏ, ਇੱਥੋਂ ਕੋਈ ਪਾਣੀ ਭਰਨ ਨਾ ਆਵੇ।
ਤੇ ਇਤਿਹਾਸ ਇਹ ਲਿਖਦਾ, ਮੈਂ ਪੜ੍ਹ ਰਿਹਾ ਸੀ ਪਟਨਾ ਸਾਹਿਬ ਦਾ ਇਤਿਹਾਸ। ਫਿਰ 1947 ਤੋਂ ਬਾਅਦ ਪਾਣੀ ਅੱਜ ਵੀ ਮਿੱਠਾ ਹੈ। ਅੱਜ ਅੰਦਰ ਦੇ ਨਾ ਆਪਣਾ ਜਿਸ ਵੇਲੇ ਦਰਬਾਰ ਹਰਮੰਦਰ ਸਾਹਿਬ, ਹਰਮੰਦਰ ਜੀ ਪਟਨਾ ਸਾਹਿਬ ਜਾਂਦੇ, ਉੱਥੇ ਖੂਹੀ ਹੈ ਮਾਤਾ ਗੁਜਰ। ਤੇ ਗੁਰੂ ਸਾਹਿਬ ਨੇ ਮਹਾਨ ਕਿਰਪਾ ਕੀਤੀ। ਉਸ ਧਰਤੀ ਦੇ ਉੱਪਰ ਨਵਾਬ ਕਰੀਮ ਬਖਸ਼, ਰਹੀਮ ਬਖਸ਼ ਰਹਿੰਦੇ ਆ। ਗੁਰੂ ਘਰ ਦੇ, ਗੁਰੂ ਸਾਹਿਬ ਦੇ ਚਰਨਾਂ ਦੇ ਭੋਰੇ ਹਨ। ਇੱਕ ਦਿਨ ਕੀ ਹੋਇਆ, ਖੇਡਦੇ ਗਏ ਗੰਗਾ ਦੇ ਕਿਨਾਰੇ। ਆਪਾਂ ਵੀ ਬੈਠੇ ਹੋਣਾ ਪਾਣੀ ਦੇ ਕੋਲ, ਤੇ ਕੁਛ ਨਾ ਕੁਛ ਪਾਣੀ ਵਿੱਚ ਸਿੱਟ ਦਿੰਦੇ। ਤੇ ਗੁਰੂ ਸਾਹਿਬ ਦੇ ਤਾਂ ਕਰਤਵ ਹੀ ਅਨੋਖੇ ਸਨ। ਸੋਨੇ ਦੇ ਕੰਗਣ ਪਾਏ ਸਨ। ਇੱਕ ਕੰਗਣ ਗੰਗਾ ਦੇ ਵਿੱਚ ਸਿੱਟ ਦਿੱਤਾ, ਬੜਾ ਕੀਮਤੀ ਸੀ। ਮਾਤਾ ਜੀ ਨੂੰ ਪਤਾ ਲੱਗਾ, ਮਾਤਾ ਜੀ ਲੈ ਕੇ ਆ ਗਏ। ਕਹਿੰਦੇ ਗੋਬਿੰਦ ਸਿੰਘ ਦੱਸ ਕੰਗਣ ਕਿੱਥੇ ਸਿੱਟਿਆ? ਇਸ਼ਾਰਾ ਨਹੀਂ ਕੀਤਾ, ਨਾ ਪੱਥਰ ਨਾਲ ਦੱਸਿਆ। ਦੂਸਰਾ ਕੰਗਣ ਲਾ ਕੇ ਵੀ ਗੰਗਾ ਦੇ ਵਿੱਚ ਸਿੱਟ ਦਿੱਤਾ। ਨਾਰਾਜ਼ ਨਹੀਂ ਹੋਏ ਮਾਤਾ ਜੀ, ਗੋਦੀ ਵਿੱਚ ਬਿਠਾ ਲਿਆ। ਕਹਿਣ ਲੱਗੇ ਤੁਹਾਨੂੰ ਪਤਾ ਇਹ ਕੰਗਣ ਕਿੰਨੇ ਕੀਮਤੀ ਸਨ? ਤੇ ਸਤਿਗੁਰੂ ਜੀ ਨੇ ਇੱਕੋ ਗੱਲ ਕਹੀ, ਕਹਿਣ ਲੱਗੇ ਮਾਂ, ਮੇਰੇ ਗੁਰੂ ਪਿਤਾ ਦੇ ਬਚਨਾਂ ਤੋਂ ਕੀਮਤੀ ਕੁਛ ਵੀ ਨਹੀਂ ਹੈ। ਮੇਰੇ ਗੁਰੂ ਦੇ ਬਚਨਾਂ ਤੋਂ ਕੀਮਤੀ ਕੁਛ ਵੀ ਨਹੀਂ ਹੈ। ਕਹਿਣ ਲੱਗੇ ਕਿਸ ਤਰ੍ਹਾਂ? ਕਹਿਣ ਲੱਗੇ ਆਪ ਜੀ ਤਾਂ ਸੁਣਾਉਂਦੇ ਹੋ ਮੇਰੇ ਪਿਤਾ ਜੀ ਦੇ ਬਚਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਔਰ ਭੈਣੀ ਜਾ ਕੇ ਕੰਚਨ ਮਾਟੀ ਬਣ। ਇਹ ਤਾਂ ਸੋ ਮਿੱਟੀ ਹੈ, ਮਿੱਟੀ ਸਿੱਧੀ ਹੈ ਮਾਤਾ ਜੀ। ਮੈਂ ਤਾਂ ਕਿਉਂਕਿ ਬਹੁਤ ਵੱਡੀ ਗੁਰੂ ਸਾਹਿਬ ਨੇ ਕਿਰਪਾ ਕਰਨੀ ਸੀ। ਅੱਜ ਦੇਖੋ ਨਾ, ਗੁਰੂ ਸਾਹਿਬ ਜੀ ਨੇ, ਆਪ ਸਾਰੇ ਗੁਰਸਿੱਖ ਹੋ, ਜ਼ਿਆਦਾਤਰ ਤਾਦਾਦ ਦੇ ਵਿੱਚ ਤੁਸੀਂ ਅੰਮ੍ਰਿਤਧਾਰੀ ਸਿੱਖ ਬੈਠੇ ਹੋ। ਗੁਰੂ ਸਾਹਿਬ ਨੇ ਨਹੀਂ ਮਨਾ ਕੀਤਾ ਵੀ ਸਿੱਖ ਸੋਨਾ ਨਾ ਪਾਵੇ। ਹਾਂ, ਕੰਨ ਛੇਦ ਕੇ ਜਾਂ ਨੱਕ ਛੇਦ ਕੇ ਪਾਉਣਾ ਇਹ ਮਨਾਹੀ ਹੈ। ਸੋਨੇ ਦੇ ਕੜੇ ਪਾਓ, ਮੁੰਦਰੀਆਂ ਪਾਓ, ਜੋ ਮਰਜ਼ੀ ਪਾਓ, ਸੋਨਾ ਪਾਉਣ ਦੀ ਮਨਾਹੀ ਨਹੀਂ ਹੈ। ਸੋਨੇ ਦੀ ਮਮਤਾ ਤੋਂ ਗੁਰੂ ਸਾਹਿਬ ਨੇ ਹਟਾਇਆ। ਜੇ ਅੱਜ ਸਿੱਖ ਨੂੰ ਦਿੱਤਾ ਤੇ ਕੜਾ ਸਰਬਲੋਹ ਦਾ ਦਿੱਤਾ। ਜੇ ਗੁਰੂ ਗੋਬਿੰਦ ਸਿੰਘ ਚਾਹੁੰਦੇ, ਜਿਸ ਵੇਲੇ ਅੰਮ੍ਰਿਤ ਦੀ ਦਾਤ ਦਿੱਤੀ, ਉਹ ਜਿਹੜਾ ਬਾਟਾ ਸੀ ਸੋਨੇ ਦਾ ਬਣਾ ਕੇ ਉਹਨੂੰ ਹੀਰੇ ਵੀ ਲਾ ਸਕਦੇ ਸਨ, ਖੰਡੇ ਨੂੰ ਵੀ, ਕਿਉਂਕਿ ਧਾਤਾਂ ਬੜੀਆਂ ਕਮਜ਼ੋਰ ਹਨ। ਅੱਜ ਆ ਜਿਹੜੇ ਮਾਫ ਕਰਨਾ ਸਾਡੀ ਕੌਮ ਦਾ ਦੁਖਾਂਤ ਹੈ। ਆਕਾਰ ਸੇਵਾ ਵਾਲੇ ਬਾਬੇ ਤੁਹਾਡੇ ਪੈਸੇ ਨਾਲ ਤੁਹਾਡਾ ਇਤਿਹਾਸ ਖਰਾਬ ਕਰ ਰਹੇ ਆ। ਸਰਬਲੋਹ ਦੇ ਖੰਡੇ ਲਾ ਕੇ ਸੋਨੇ ਦੇ ਖੰਡੇ ਲਾ ਰਹੇ। ਗੁਰੂ ਸਾਹਿਬ ਨੇ ਸਾਨੂੰ ਉਹ ਚੀਜ਼ ਬਖਸ਼ਿਸ਼ ਕਰ ਦਿੱਤੀ, ਕੰਮ ਸ਼ੁਰੂ ਕਰ ਦਿੱਤਾ। ਪਟਨਾ ਸਾਹਿਬ ਦੀ ਧਰਤੀ ਤੋਂ ਕੰਗਣ ਨਹੀਂ, ਸਿੱਖ ਨੂੰ ਕੜਾ ਪਹਿਨਾਇਆ ਸਰਬਲੋਹ ਦਾ। ਅੱਜ ਇਹ ਕੜਾ ਪ੍ਰਸ਼ਾਦ ਬਣਦਾ ਹੈ, ਸਰਬਲੋਹ ਦੀ ਕੜਾਈ ਦੇ ਵਿੱਚ ਬਣਦਾ ਹੈ। ਖਾਂਡਾ ਬਾਟਾ ਅੰਮ੍ਰਿਤ ਦੀ ਵੱਡੀ ਦਾਤ ਜਿਹੜੀ ਜਿੱਦਣ ਗੁਰੂ ਸਾਹਿਬ ਕਿਰਪਾ ਕਰਦੇ ਆ, ਤੇ ਉਹ ਵੀ ਖੰਡਾ ਬਾਟਾ ਜਿਹੜਾ ਸਰਬਲੋਹ ਦਾ ਹੈ, ਸੋਨੇ ਦੀ ਮਮਤਾ ਤੋਂ। ਤੇ ਨਹੀਂ ਤਾਂ ਫਿਰ ਇਹ ਅੰਮ੍ਰਿਤ ਅਮੀਰਾਂ ਦਾ ਹੋਣਾ ਸੀ, ਗਰੀਬਾਂ ਦੇ ਕੋਲ ਅੰਮ੍ਰਿਤ ਨਹੀਂ ਹੋਣਾ ਸੀ। ਸਤਿਗੁਰ ਨੇ ਤਾਂ ਇਨ ਗਰੀਬ ਸਿੰਘਣ ਕੋ ਦੇ ਪਾਸ਼ਾਈ, ਯਾਦ ਕਰੇ ਹਮਰੀ ਗੁਰਿਆਈ। ਭੇਦ ਖਤਮ ਕਰ ਦਿੱਤੇ ਲੋਕਾਂ ਦੇ ਵਿੱਚੋਂ, ਇਹ ਮਮਤਾ ਖਤਮ ਕਰ ਦਿੱਤੀ। ਜੇ ਆਪਾਂ ਦੇਖਦੇ ਨਾ ਦਰਬਾਰ ਸਾਹਿਬ ਨੂੰ ਸੋਨਾ ਲੱਗਾ ਹੈ, ਇੱਕ ਬੇਨਤੀ ਕਰਾਂ, ਲੋਕੀ ਕਹਿੰਦੇ ਆ, ਉਹਨਾਂ ਨੂੰ ਕਹਿਣ ਦੇ ਲੋਕੀ ਅੱਜ ਕੱਲ ਗੋਲਡਨ ਟੈਂਪਲ ਵੀ ਕਹਿੰਦੇ ਆ, ਸਵਰਨ ਮੰਦਿਰ ਵੀ ਕਹਿੰਦੇ ਆ, ਹਰਮੰਦਰ ਸਾਹਿਬ ਵੀ ਕਹਿੰਦੇ ਆ, ਪਰ ਸੋਨਾ ਮਹਾਰਾਜਾ ਰਣਜੀਤ ਸਿੰਘ ਨੇ ਲਾਇਆ, ਗੁਰੂ ਸਾਹਿਬ ਨੇ ਨਹੀਂ ਲਾਇਆ। ਅੱਜ ਲੋੜ ਹੈ, ਸੋਨਾ ਕਿੱਥੇ ਲੱਗਣਾ ਚਾਹੀਦਾ ਹੈ? ਗੁਰਦੁਆਰੇ ਬਹੁਤ ਬਣ ਗਏ ਆ। ਅੱਜ ਜ਼ਰੂਰਤ ਹੈ, ਤੇ ਜ਼ਰੂਰਤ ਹੈ ਕਿ ਅੰਦਰ ਬੈਠਣ ਵਾਲੇ ਸੋਨੇ ਵਰਗੇ ਗੁਰਸਿੱਖ ਪੈਦਾ ਕਰਨ ਦੀ ਜ਼ਰੂਰਤ ਹੈ। ਗੁਰਦੁਆਰੇ ਬਹੁਤ ਬਣ ਗਏ, ਪੱਥਰ ਲੱਗ ਗਏ, ਪੱਥਰਾਂ ਦੇ ਉੱਪਰ ਸੋਨੇ ਲੱਗ ਗਏ, ਬਹੁਤ ਲੋੜ। ਅੱਜ ਵੱਡੇ ਵੱਡੇ ਗੁਰਦੁਆਰੇ ਬਣੇ, ਹਾਲ ਬਣੇ ਆ, ਅੰਦਰ ਕਬੂਤਰ ਬੋਲਦੇ ਪਏ, ਮਾਫ ਕਰਨਾ, ਬੈਠਣ ਵਾਲੇ ਨਹੀਂ। ਜਿੰਨੇ ਉੱਥੇ ਸਪੀਕਰ ਲੱਗੇ ਹੁੰਦੇ ਨਾ, ਉਹਨੇ ਬੰਦੇ ਵੀ ਨਹੀਂ ਹੁੰਦੇ। ਜਿੰਨੇ ਉੱਥੇ ਬੀਮ ਹੁੰਦੇ ਨਾ ਦਰਬਾਰ ਸਾਹਿਬ ਦੇ ਵਿੱਚ, ਹਾਲ ਦੇ ਵਿੱਚ, ਉਹਨੇ ਤਾਂ ਬੰਦੇ ਵੀ ਨਹੀਂ ਹੁੰਦੇ। ਅੱਜ ਅੰਦਰ ਬੈਠਣ ਵਾਲਿਆਂ ਦੀ ਜ਼ਰੂਰਤ ਹੈ, ਉਹ ਸੋਨੇ ਦਾ ਜੀਵਨ ਘੜਨ ਦੀ ਜ਼ਰੂਰਤ ਹੈ। ਅੱਜ ਕੌਮ ਦਾ ਪੈਸਾ ਹੋਰ ਪਾਸੇ ਲਾਉਣ ਦੀ, ਤੁਸੀਂ ਬਥੇਰੇ ਲੰਗਰ ਖਿਲਾ ਕੇ ਦੇਖ ਲਏ, ਤੁਹਾਨੂੰ ਕੀ ਆਖਿਆ? ਆ ਤੁਸੀਂ ਜਦੋਂ ਲੰਗਰ ਖਿਲਾਇਆ, ਕਹਿੰਦੇ ਜੀ ਸਿੱਖਾਂ ਵਰਗਾ ਫਰਿਸ਼ਤਾ ਕੋਈ ਨਹੀਂ ਹੈ। ਜਿੱਦਣ ਤੁਸੀਂ ਆਪ ਖਾਣਾ ਚਾਹਿਆ ਲੰਗਰ, ਆਪਣੇ ਹੱਕਾਂ ਵਾਸਤੇ ਲੜੇ, ਉਦੋਂ ਤੁਸੀਂ ਅੱਤਵਾਦੀ ਹੋ ਗਏ, ਉਦੋਂ ਤੁਸੀਂ ਅੱਤਵਾਦੀ ਹੋ ਗਏ। ਅੱਜ ਹੀ ਆ, ਥੋੜਾ ਸਮਾਂ ਹੀ ਹੋਇਆ ਨਾ, 2-4 ਮਹੀਨੇ ਦੀ ਗੱਲ ਹੈ। ਅੱਜ ਲੋੜ ਹੈ, ਅੱਜ ਫਾਲਤੂ ਦੇ ਖਰਚੇ ਕਰਨੇ ਛੱਡ ਦਿਓ, ਕੌਮ ਦੇ ਬਾਰੇ ਸੋਚੋ। ਜਿਹਨੇ ਅਸੀਂ ਲੰਗਰਾਂ ਦੇ ਪੈਸਾ ਲਾ ਰਹੇ ਹਾਂ ਨਾ, ਮਾਫ ਕਰਨਾ, ਸਾਦਗੀ ਦੇ ਵਿੱਚ ਲੰਗਰ ਹੋ ਜਾਣ। ਤੇ ਜਿੰਨਾ ਅਸੀਂ ਪੈਸਾ ਲਾ ਰਹੇ ਹਾਂ ਆਪਣੇ ਸਿੱਖ ਬੱਚਿਆਂ ਦੇ, ਉਹਨਾਂ ਪਰਿਵਾਰਾਂ ਦੀ ਦੇਖਭਾਲ ਕਰੀਏ, ਉਹਨਾਂ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਪੈਸਾ ਖਰਚਾ ਕਰੀਏ, ਉਹਨਾਂ ਨੂੰ ਜਿਹੜੀਆਂ ਜ਼ਰੂਰਤਾਂ ਹਨ ਉਹ ਪੂਰੀਆਂ ਕਰੀਏ, ਤੇ ਗੁਰਦੁਆਰੇ ਤਾਂ ਫਿਰ ਬਣਦੇ ਨੇ, ਕੌਮ ਰਹੇਗੀ। ਜਦੋਂ ਗੁਰਦੁਆਰੇ ਕੱਚੇ ਹੁੰਦੇ ਸਨ,
सिख बड़े पक्के होंदे सन, अज गुरुद्वारे पक्के हो गए आ ते सिख कमजोर हो गए। अज गुरु गोबिंद सिंह जी का प्रकाश दिहाड़ा तो मना रहे हैं। मैं तो इत्थों ऐलान कर रहा, फेसबुक पर भी लाइव चल रहा है, मैं इत्थे नहीं सारी गुरुद्वारा दी प्रबंधक कमेटियां भी कह रहा, जे तुसी अमृत छक लोगे ना तो बहुत तादाद जिहड़ी अद्धी कौम अमृतधारी हो जाएगी। जे अमृत छक लिया प्रधान बनने वास्ते, जे अमृत छक लिया सैकटरी बनने वास्ते, उसका परिवार अमृतधारी नहीं है। जे असीं घर नहीं सिੱਖੀ का प्रचार कर सके तो असीं लोगों को की कहांगे, भाई अमृत छक लो। अज सोने वर्गे सिख बनाउण दी लोड़ है, अज गुरुद्वारे बिठाउण दी लोड़ है। अज जे साडे आगू अन्ना आगू जे थीए सब साथ मुहावे आगू चाहिए, अज कौम के आगू वो बनन, अगे वो आउण जिहड़े असीं अपने परिवार को भी अमृतधारी कर सकीए। जे नहीं कि सिर्फ प्रधान बनने वास्ते असीं किरपान पाउणी है। ते गुरु साहब महाराज सिੱਖੀ नाल प्यार करो। जदों असीं सिੱਖੀ नाल प्यार करांगे तो गुरु गोबिंद सिंह जी महाराज भी सानू बहुत प्यार करनगे। मैं एक बेनती करके समाप्ति कर रहा। प्रिंसीपल हरभजन सिंह जी शहीद सिख मिशनरी कॉलेज श्री अमृतसर साहब, उन्हां दा बेटा सी 12 साल का, जिहड़े कहंदे ना साडे कोल अमृत नहीं रहिंदा, असीं रहत नहीं रख सकते, उन्हां नूं इह गल जरूर नोट कर लेनी चाहिए अपने दिल दिमाग दे विच, जिहड़े शस्त्र नहीं पा सकते। कहंदे जिस वेले प्रिंसीपल हरभजन सिंह जी के बेटे 12 साल के बेटे ने आख्या, पिता जी मैं अमृत छकना है। कह लगे चल बेटा, श्री अकाल तख्त साहब लै गए। अज भी ते पुरातन ही काफ़ी समय तो चल रहा, ऐतवार ते बुधवार अमृत संचार होता है। तो जिस वेले बेटे ने उपर भेज दिता, पहला उपरली मंजिल से अजकल थले छकाया जाता अमृत, तो 5 प्यारिਆਂ ने पुछया, सारे पुछया जाता कि तुसी कोई पैसा दे के जां धक्के नाल तो नहीं आए, जे आए हो तो तुहाडा मन नहीं करता कि दरवाजा खुला जा सके। बच्चे ते नजर पई, बेटा तू इधर आ, तेरे नाल कौन है? कह लगा मेरे पिताजी है। किथे आ? मेरे पिताजी थले बैठे। तू रहत रख लेगा? कुछ नहीं बोलिया बच्चा, जा अपने पिता नूं बुला के ला। सिंह साहब ने आके थले चला गया कि आप जी को 5 प्यारे बुला। सिंह साहब बुला रहे। प्रिंसीपल हरभजन सिंह जी को पूछया, कहन लगे तुहाडा पुत्र है? कहंदे नहीं। तुहाडा बेटा है? कहन लगे नहीं। ये तो कह रहे मेरे पिताजी है। कहने लगा सिंह साहब तुसी गुरु पंथ हो, हुण अमृत की दात दोगे ते अज तो बाद तुसी कहोगे अज तो बाद तेरा पिता गुरु गोबिंद सिंह है, माता साहब कौर है, तू आनंदपुर साहब का वासी है। रहत रखनी ये तो हुण उहदा पिता ही जानता है, जां उहदी माता जानती। असी कह दईए कि मैं पाठ कर लांगा, मैं रहत रख लांगा, नहीं, वो कराउण वाला गुरु गोबिंद सिंह जी महाराज है। ये मन बना लीए ना, पिता नूं पिता मान लईए, गुरु गोबिंद सिंह जी महाराज नूं, ते बहुत कमी कोई नहीं रहेगी, कमी कोई नहीं रहेगी। जिहदा पिता ही गुरु गोबिंद सिंह जी महाराज बन गए। सानू भरोसा रख, किन्ना भरोसा पीर भीखड़ साह नूं बेनती मैं करना चाहना, किन्ना भरोसा पंडित शिवदत्त नूं, किन्ना भरोसा है राजा फतेह चंद ते ओदी राणी नूं। ओ सिखा तेनू क्यों भरोसा नहीं आ रहा अपने गुरु के उपर? तू क्यों भटक रहा है अपने गुरु ग्रंथ साहब नूं छड्ड के? किथे किथे मत्थे टेक रहा, किथे किथे सिजदे करदा फिरदा। लोकां ने तेरे गुरु दे कोलों बख्शिशां लै लईआं, तू हाले भी खाली हत्थ है, तू अज भी खाली हत्थ है। कारण क्योंकि तेनू गुरु ते विश्वास नहीं है। जाके हृदय विश्वास प्रभ आया तत् ज्ञान तिस ਉਹਦਾ बन के तो देख ला, जो हर का प्यारा सो सबना का प्यारा। गुरु की कृपा बन जाएगी, जीवन के विच बख्शिश बन जाएगी। जिस दिन असीं गुरु गोबिंद सिंह के पुत्र बन गए, वो पुत्र बैठे आ दिल्ली के बार्डरां दे उपर। ठंड भी अज तो असीं गल करने भी कई लोग डरदे भी, लोग पता नहीं लोग की कहणगे साडे नाल की। वो कहंदे जो होएगा होएगा, देखी जाएगा। शरीर है ना, मरना तो एक दिन है। सरकारां झुकण गईयां, झुकदियां रहीआं हन। किसी ने आख्या सी भी 7.5 साल हो गए प्रधानमंत्री झुकिया नहीं है, तो मैं उन्होंने कहना चाहना कि 550 साल हो गए सिख भी कदे नहीं झुकिया। सिख नहीं झुकते अपने हक वास्ते, अपने सच वास्ते। अज असीं शांति लैके बैठे, चुप लैके बैठे, वही तो साडे दा। उन्होंने ठंडा बुरज सी वही याद कर रहे, बार बार गुरु गोबिंद सिंह जी साहिबजादियां नूं याद कर रहे। अज सानूं अंदर
ਜੀਵਨ ਦੇ ਵਿੱਚ ਉਹ ਸੋਚ ਲੈਣੀ ਪਏਗੀ। ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਮਨਾ ਰਹੇ ਆ, ਇਹ ਜ਼ਰੂਰ ਯਾਦ ਰੱਖੋ। ਸਵੇਰੇ ਸ਼ਾਮ ਆਪ ਵੀ ਪੜੋ, ਆਪਣੇ ਬੱਚਿਆਂ ਨੂੰ ਵੀ ਪੜਾਓ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਬੇਟੇ ਹੋ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ। ਸਾਨੂੰ ਦੁਨੀਆ ਦੀ ਤਾਕਤ ਜਿਹੜੀ ਆ ਖਤਮ ਨਹੀਂ ਕਰ ਸਕਦੀ। ਕੋਈ ਜ਼ੁਲਮ, ਕੋਈ ਸਿਤਮ ਸਾਨੂੰ ਝੁਕਾ ਸਕਦਾ ਨਹੀਂ, ਸਾਨੂੰ ਮਿਟਾ ਸਕਦਾ ਨਹੀਂ, ਕਿਉਂਕਿ ਸਾਡੀਆਂ ਰਗਾਂ ਦੇ ਵਿੱਚ ਕਲਗੀਧਰ ਦਾ ਖੂਨ ਹੈ। ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ। ਆਓ ਸਾਰੇ ਪਿਆਰ ਦੇ ਨਾਲ ਤੁਸੀਂ ਬੈਠੇ ਹੋ। 1 ਮਿੰਟ ਦੇ ਵਿੱਚ ਮੈਂ ਸਮਾਪਤੀ ਕਰ ਰਿਹਾ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਥੋੜਾ ਧਿਆਨ ਧਰ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਾਹਮਣੇ ਲੈ ਕੇ ਬੋਲੋਗੇ ਨਾ, ਫਿਰ ਤੁਹਾਡੇ ਅੰਦਰੋਂ ਆਵਾਜ਼ ਨਿਕਲੇਗੀ। ਐਸੇ ਗੁਰ ਕੋ ਬਲ ਬਲ ਜਾਈਏ, आप मुकत मोहि तारे। ऐसे गुर को बल बल जाइए, आप मुकत मोहि तारे। ऐसे गुर को बल बल जाइए, आप मुकत मोहि तारे। ऐसे गुर को बल बल जाइए, आप मुकत मोहि तारे। गुरु साहब महाराज कृपा कर। तकरीबन 5 साल गुरु साहब जी पटना साहब की धरती ते रहे। 1 ਸਾਲ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਆਉਣ ਨੂੰ ਲੱਗਾ। ਕਿਹੜੀਆਂ ਵਿਦਿਆ ਗੁਰੂ ਸਾਹਿਬ ਜੀ ਨੇ ਪ੍ਰਾਪਤ ਕੀਤੀਆਂ? 9 ਸਾਲ ਦੀ ਉਮਰ ਵਿੱਚ 3 ਸਾਲ ਦੇ ਵਿੱਚ ਕਿੰਨੀਆਂ ਵਿਦਿਆ ਜਿਹੜੀਆਂ ਗੁਰੂ ਸਾਹਿਬ ਜੀ ਨੇ ਪ੍ਰਾਪਤ ਕੀਤੀਆਂ? ਕਿੱਦਾਂ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲ ਕਸ਼ਮੀਰੀ ਪੰਡਤ ਆਏ। ਕੱਲ ਆਪਾਂ ਅੱਗੇ ਆਨੰਦਪੁਰ ਸਾਹਿਬ ਦੇ ਇਤਿਹਾਸ ਦੀ ਸ਼ੁਰੂਆਤ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰ ਰਹੀਆਂ। ਸਾਰੇ ਬੁਲਾਓ ਫਤਿਹ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ